ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਅੱਜ ਦਾ ਵਾਹਿਗुरु ਸ਼ਬਦ जी की ਘੋੜੀ ਮਹੱਲਾ ਨੌਵਾਂ। ਸਾਧੋ ਰਾਮ ਸਰਨ ਬਿਸਰਾਮਾ, वेद पुराण पढ़े को, एक गुण सिमरो हर को नामा। रहो लोभ मोह माया ममता, उन ओ बिखेन की सेवा। हर्ग सोग पर सहजे नायन, सो मूरत है देवा। सुर्ग नरक अमृत बिख, ये सब त्यो कंचन और पैसा। उस्तत निंदा ये समझा के, लोभ मोह बुन तैसा। दुख सुख ए बाधे जे नाहन, तै तुम जानो ज्ञानी। नानक मुक्त ताए तुम मानो, ਇਹ ਬਿਦ ਕੋ ਜੋ ਪ੍ਰਾਣੀ। ਸਾਧ ਸੰਗਤ ਜੀ, ਇਸ ਵਿੱਚ ਸ਼ਬਦ ਵਿੱਚ ਦੋ ਸੇ ਐਸਪੈਕਟ ਹਨ। ਪਹਿਲਾ ਹੈ ਕਿ ਜੀਵਨ ਦੀ ਜਾਂਚ, ਕਿ ਕੀ ਕਰਨਾ ਚਾਹੀਦਾ ਹੈ, ਔਰ ਬਾਕੀ ਸੇ ਸਾਡੇ ਟੈਸਟ ਪੁਆਇੰਟ ਜਾਂ ਐਸੇ ਨਿਰਦੇਸ਼ ਹਨ ਕਿ ਭਾਈ ਜਦੋਂ ਜਦੋਂ ਅਸੀਂ ਪਰਮਾਤਮਾ ਦੀ ਸ਼ਰਨ ਵਿੱਚ ਆਵਾਂਗੇ ਤੇ ਸਾਡੇ ਕੀ ਅਵਸਥਾ ਬਣਦੀ ਜਾਏਗੀ ਔਰ ਫਾਈਨਲੀ ਵਿਕਾਰਾਂ ਤੋਂ ਮੁਕਤੀ ਬਣ ਜਾਏਗੀ। ਤੇ ਗੁਰੂ ਸਾਹਿਬ ਕਹਿੰਦੇ ਨੇ ਕਿ ਆਪਣੀ ਹਉਮੈ ਛੱਡ ਕੇ ਤੁਸੀਂ ਪਰਮਾਤਮਾ ਦੀ ਸ਼ਰਨ ਵਿੱਚ ਆਓ। ਆਪਣੀ ਹਉਮੈ ਛੱਡ ਕੇ ਪਰਮਾਤਮਾ ਦੀ ਸ਼ਰਨ ਵਿੱਚ ਆਓ, ਤਾਂ ਹੀ ਮਨ ਵਿੱਚ ਵਿਸਰਾਮ ਆਏਗਾ। ਔਰ ਵੇਦ ਪੁਰਾਣ ਵੀ ਸਾਰੇ ਇਹੀ ਉਹ ਗੱਲ ਕਹਿੰਦੇ ਨੇ ਕਿ ਹਰ ਪਰਮਾਤਮਾ ਦਾ ਨਾਮ ਜਪੋ, ਉਹਦੇ ਗੁਣ ਗਾਓ ਔਰ ਹਰ ਵੇਲੇ ਉਹਨੂੰ ਧਿਆਨ ਵਿੱਚ ਰੱਖੋ। ਜਦੋਂ ਇਹ ਅਸੀਂ ਕੰਮ ਕਰਦੇ ਜਾਵਾਂਗੇ ਤੇ ਧੀਰੇ 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 ਜਿਹੜੇ ਅਗਲੀ ਲਾਈਨਾਂ ਨੇ ਉਹ ਸਾਰੀ ਅਵਸਥਾ ਬਣਦੀ ਜਾਏਗੀ। ਇਹ ਜਿਹੜਾ ਸ਼ਬਦ ਦਾ ਜਿਹੜਾ ਵਿਚਾਰ ਹੈ, ਇਹ ਮੈਂ ਕੁਝ ਸ਼ਬਦ ਲਏ ਨੇ ਗੁਰਬਾਣੀ ਤੋਂ ਔਰ ਉਹਨਾਂ ਦੇ ਅਰਥ ਵੀ ਕੀਤੇ ਨੇ, ਜੋ ਅਰਥ ਪ੍ਰੋਫੈਸਰ ਸਾਹਿਬ ਸਿੰਘ ਜੀ ਦੇ ਜਿਹੜਾ ਟੀਕਾ ਕੀਤਾ ਹੋਇਆ ਗੁਰੂ ਗ੍ਰੰਥ ਸਾਹਿਬ ਦਾ, ਉੱਥੋਂ ਲਏ ਨੇ। ਔਰ ਇਹ ਜਿਹੜਾ ਸਿਧਾਂਤ ਹੈ, ਸਾਧੋ ਰਾਮ ਸਰਨ ਬਿਸਰਾਮਾ, वेद पुराण पढ़े को, एक गुण सिमरो हर को नामा, ਇਹ ਮੇਨ ਸਿਧਾਂਤ ਹੈ ਜਿਹਨੂੰ ਦ੍ਰਿੜ ਕਰਨ ਲਈ ਮੈਂ ਉਹ ਸ਼ਬਦ ਲੈ ਕੇ ਆਪ ਸਾਰਿਆਂ ਨਾਲ ਥੋੜੀ ਜੀ ਪਹਿਲੇ ਪ੍ਰੀਐਂਬਲ ਬਣਾ ਕੇ ਸਾਂਝ ਕਰਨਾ ਚਾਹੁੰਦਾ ਹਾਂ। ਸਾਧ ਸੰਗਤ ਜੀ, ਸਾਨੂੰ ਗੁਰੂ ਨਾਨਕ ਸਾਹਿਬ ਸਾਫ਼-ਸਾਫ਼ ਦੱਸਿਆ ਹੈ ਕਿ ਕਰਤਾ ਇੱਕ ਹੈ, ਇੱਕ ਓਂਕਾਰ ਹੈ, ਉਸ ਦਾ ਨਾਮ ਸਤ ਹੈ, ਸਾਡੇ ਅੰਦਰ ਬਾਹਰ ਸਭ ਥਾਈਂ ਸਾਰਿਆਂ ਅੰਦਰ ਵਰਤ ਰਿਹਾ ਹੈ। ਸਭ ਇੱਕ ਹੈ, ਇੱਕੋ ਇੱਕ ਹੈ। ਕਹੇ ਨਾਨਕ ਸ੍ਰਿਸ਼ਟ ਕਾ ਮੂਲ ਰਚਿਆ, ਜੋਤਿ ਰਾਖੀ ਤਾਂ ਤੂੰ ਜਗ ਮੇਂ ਆਇਆ। ਸਾਡੇ ਅੰਦਰ ਪਰਮਾਤਮਾ ਨੇ ਆਪਣੀ ਜੋਤ ਰੱਖੀ ਤੇ ਤਾਂ ਅਸੀਂ ਇਸ ਵਿੱਚ ਆਏ ਹਾਂ, ਜਦੋਂ ਉਹਨੇ ਸ੍ਰਿਸ਼ਟੀ ਦਾ ਮੂਲ ਰਚਿਆ। ਸਾਡਾ ਮਨ ਜਨਮ ਤੋਂ ਬਚਪਨ ਵਿੱਚ ਨਿਰਮਲ ਜੋਤ ਸਰੂਪ ਸਾਰਿਆਂ ਵਿੱਚ ਉਹ ਇੱਕ ਦੇਖਦਾ ਹੈ। ਮਨ ਵਿੱਚ ਕੋਈ ਦੁਵਿਧਾ ਨਹੀਂ, ਉਸ ਲਈ ਸਭ ਸਮਾਨ ਹਨ। ਨਾਰੀ ਪੁਰਖ ਸਾਰੇ ਇੱਕ ਹਨ, ਸਭ ਵਿੱਚ ਇੱਕੋ ਜੋਤ ਵਰਤੀ ਦੇਖਦਾ ਹੈ। ਆਪਣੇ ਅੰਦਰ ਦੀ ਜੋਤ ਨੂੰ ਅਜੇ ਅਨੁਭਵ ਕਰਦਾ ਆਨੰਦ ਵਿੱਚ ਹੈ। ਸਮੇਂ ਦੀ ਚਾਲ ਜਿਵੇਂ ਜਿਵੇਂ ਚਲਦੀ ਗਈ, ਖੁਆਇਸ਼ਾਂ ਵੱਧਦੀਆਂ ਗਈਆਂ ਅਤੇ ਅੰਦਰ ਦੀ ਜੋਤ ਧੀਰੇ ਧੀਰੇ ਵਿਸਰਦੀ ਗਈ, ਮਾਇਆ ਮੋਹ ਵਿੱਚ ਫਸਦਾ ਗਿਆ। ਲਿਵ ਛੁਟਕੀ ਲਗੀ ਤ੍ਰਿਸ਼ਨਾ, ਮਾਇਆ ਅਮਰ ਵਰਤਾਇਆ। ਲਿਵ ਜਦੋਂ ਛੁਟਕੀ ਤੇ ਗੁਰੂ ਸਾਹਿਬ ਨੇ ਦੱਸ ਦਿੱਤਾ ਹੈ ਕਿ ਮਾਇਆ ਜਿਹੜੀ ਹੈ ਉਸਨੇ ਅਟੈਕ ਕਰ ਦੇ। ਇਹ ਮਾਇਆ ਜੇ ਥਰ ਵਿਸਰੇ, ਮੋਹ ਉਪਜੇ ਭਾਵ ਦੂਜਾ ਲਾਇਆ। ਹੁਣ ਪਰਮਾਤਮਾ ਵਿਸਰਦਾ ਜਾ ਰਿਹਾ ਹੈ ਔਰ ਮਾਇਆ ਵਿੱਚ ਫਸਦੇ ਜਾ ਰਹੇ। ਸਮੇਂ ਦੀ ਚਾਲ ਜਿਵੇਂ ਜਿਵੇਂ ਅੱਗੇ ਚਲਦੀ ਗਈ, ਅਸੀਂ ਮਾਇਆ ਵਿੱਚ ਲਿਪਤ ਹੁੰਦੇ ਗਏ। ਕਾਮ ਕ੍ਰੋਧ ਲੋਭ ਮੋਹ ਹੰਕਾਰ ਅਤੇ ਹੋਰ ਵਾਸ਼ਨਾਵਾਂ ਵੱਧਦੀਆਂ ਗਈਆਂ। ਇਹਨਾਂ ਦੇ ਪ੍ਰਭਾਵ ਹੇਠ ਉਹ ਇੱਕ ਨੂੰ ਭੁੱਲਦਾ ਗਿਆ ਅਤੇ ਏਕ ਤੋਂ ਅਨੇਕ ਵੱਖਰੇਪਨ ਦਾ ਅਹਿਸਾਸ ਕਰਨ ਕਾਰਨ ਅਤੇ ਪਦਾਰਥਾਂ ਨਾਲ ਲਪਤ ਹੋ ਕੇ ਦੁਬਿਧਾ ਵਿੱਚ ਪੈ ਗਿਆ। ਮੈਂ ਮੇਰੀ, ਵੈਰ ਵਿਰੋਧ, ਸੁੱਖ ਦੁੱਖ, ਖੁਸ਼ੀ ਗਮੀ ਦੇ ਅਨੁਭਵ ਕਰਦਿਆਂ ਹੀ ਜੀਵਨ ਵਿਅਰਥ ਚਲਾ ਜਾ ਰਿਹਾ ਹੈ। ਸਾਡੇ ਜੀਵਨ ਦਾ ਉਦੇਸ਼ ਹੈ ਕਿ ਘਰ ਵਾਪਸ ਤੋਂ ਪਹਿਲੇ ਜਿਸ ਨਿਰਮਲ ਮਨ ਨਾਲ ਆਏ ਸੀ, ਜੋ ਸਾਡਾ ਮੂਲ ਸਰੂਪ ਹੈ, ਉਸ ਅਨੁਸਾਰ ਨੂੰ, ਉਸ ਅਵਸਥਾ ਨੂੰ ਮਨ ਅੰਦਰ ਦੁਬਾਰਾ ਲਿਆਉਣਾ, ਤਾਂ ਕਿ ਅਸੀਂ ਸਹਿਜ ਨਾਲ ਫਿਰ ਇੱਕ ਨਾਲ ਇੱਕ ਹੋ ਜਾਈਏ। ਮੌਤ ਕਿਸੇ ਵੇਲੇ ਆ ਜਾਏ, ਕੋਈ ਪਤਾ ਨਹੀਂ। ਹੁਣੇ ਹੀ ਸਾਨੂੰ ਯਤਨ ਕਰਨਾ ਸ਼ੁਰੂ ਕਰਨਾ ਚਾਹੀਦਾ ਹੈ।
ਇਸੇ ਲਈ ਸਾਨੂੰ ਇਹ ਮੇਰ ਤੇਰ ਦੀ ਦੁਵਿਧਾ ਦੂਰ ਕਰ ਮਨ ਨੂੰ ਵਿਸਰਾਮ ਦੇਣਾ, ਮਾਇਆ ਦੇ ਪ੍ਰਭਾਵ ਤੋਂ ਬਾਹਰ ਨਿਕਲਣਾ, ਮੁਕਤ ਹੋਣਾ, ਇਹ ਸਾਡੇ ਆਪ ਤੋਂ ਬਹੁਤ ਮੁਸ਼ਕਲ ਹੈ, ਲੋਹੇ ਦੇ ਚਨੇ ਚਬਾਨ ਵਾਕਨ। ਇਸ ਲਈ ਸਾਨੂੰ ਉਸ ਇੱਕ ਜਿਸ ਨੇ ਸਾਨੂੰ ਭੇਜਿਆ ਸੀ, ਉਸੇ ਦੀ ਪਰਮਾਤਮਾ ਦੀ ਸ਼ਰਨ ਆ ਕੇ ਆਪਣੀ ਮਤ ਗੁਰੂ ਅੱਗੇ ਭੇਟ ਕਰ ਗੁਰੂ ਦੀ ਮਤ ਅਨੁਸਾਰ ਜੀਵਨ ਜੀਣ ਦੀ ਲੋੜ ਹੈ। ਆਪਣੀ ਮਤ ਨਾਲ ਇਹ ਜਿਹੜਾ ਅਵਸਥਾ ਹੈ ਇਹ ਨਹੀਂ ਆ ਸਕਦੀ, ਕਿਉਂਕਿ ਗੁਰੂ ਸਾਹਿਬ ਕਿਹਾ ਜੇ ਕੋ ਗੁਰ ਤੇ ਵਿਮੁਖ ਹੋਵੇ ਬਿਨ ਸਤਿਗੁਰ ਮੁਕਤ ਨਾ ਪਾਵੇ, ਪਾਵੇ ਮੁਕਤ ਨਾ ਹੋਰ ਥੈ ਕੋਈ, ਪੁੱਛੋ ਵਿਵੇਕੀਆਂ ਜਾਏ, ਅਨੇਕ ਜੂਨੀ ਭਰਮ ਆਵੇ ਬਿਨ ਸਤਿਗੁਰ ਮੁਕਤ ਨਾ ਪਾਏ, ਫਿਰ ਮੁਕਤ ਪਾਏ ਲਾਗ ਚਰਨੀ ਸਤਿਗੁਰ ਸ਼ਬਦ ਸੁਣਾਏ, ਕਹਿ ਨਾਨਕ ਵਿਚਾਰ ਦੇਖੋ ਬਿਨ ਸਤਿਗੁਰ ਮੁਕਤ ਨਾ ਪਾਏ। ਇਹ ਹੁਣ ਸਿੱਧ ਗੋਸ਼ ਤੋਂ 19ਵਾਂ ਔਰ 20ਵਾਂ ਮੈਂ ਸ਼ਲੋਕ ਲਿਆ ਹੈ ਕਿ ਇਹ ਤਾਂ ਕਲੀਅਰ ਹੋ ਗਿਆ ਹੈ ਕਿ ਬਿਨਾਂ ਸਤਿਗੁਰ ਦੀ ਸ਼ਰਨ ਆਇਆ ਸਾਡਾ ਮਨ ਨਹੀਂ ਕਦੇ ਵੀ ਵਿਕਾਰਾਂ ਤੋਂ ਦੂਰ ਹੋ ਸਕਦਾ, ਔਰ ਜਦੋਂ ਪਰਮਾਤਮਾ ਦੀ ਓਟ ਗੁਰੂ ਦੀ ਸ਼ਰਨ ਔਰ ਉਸਦੇ ਗੁਣ ਗਾਨ ਨਾਲ ਹੀ ਹੁੰਦਾ ਹੈ। ਸਿੱਧ ਗੋਸ਼ ਦਾ 19ਵਾਂ ਔਰ 20ਵਾਂ ਇਹ ਮੈਂ ਅਰਥ ਲੈਣ ਖਾਲੀ ਸ਼ਬਦ ਇਸ ਵੇਲੇ ਨਹੀਂ ਲੈ। ਸਿੱਧਾ ਨੇ ਗੁਰੂ ਸਾਹਿਬ ਨੂੰ ਪ੍ਰਸ਼ਨ ਕੀਤਾ ਕਿ ਦੁਨੀਆ ਵਿੱਚ ਰਹਿ ਕੇ ਮਾਇਆ ਦੇ ਪ੍ਰਭਾਵ ਤੋਂ ਬਚਣਾ ਇਉਂ ਹੀ ਬੜਾ ਔਖਾ ਹੈ ਜਿਵੇਂ ਕੋਈ ਮਨੁੱਖ ਦੰਦਾਂ ਤੋਂ ਬਿਨਾਂ ਲੋਹਾ ਚੱਬਣ ਦੀ ਕੋਸ਼ਿਸ਼ ਕਰੇ। ਇਹ ਨਾਨਕ ਤੂੰ ਆਪਣੀ ਜ਼ਿੰਦਗੀ ਕਿਵੇਂ ਪਲਟ ਲਈ, ਮਨ ਦੀਆਂ ਆਸਾਂ ਤੇ ਮਨ ਦੇ ਫੁਰਨੇ ਤੂੰ ਕਿਵੇਂ ਮੁਕਾ ਲਏ, ਰੱਬੀ ਪ੍ਰਕਾਸ਼ ਤੈਨੂੰ ਕਿਵੇਂ ਮਿਲ ਗਿਆ। ਇਹ ਤਾਂ ਅਸੀਂ ਜਵਾਬ ਜਿਹੜਾ ਗੁਰੂ ਨਾਨਕ ਸਾਹਿਬ ਦਿੱਤਾ ਹੈ ਉੱਤਰ, ਮਾਇਆ ਦੀ ਚੋਟ ਤੋਂ ਬਚਣਾ ਹੈ ਤਾਂ ਲੋਹਾ ਚੱਬਣ ਸਮਾਨ ਬੜਾ ਔਖਾ, ਪਰ ਮੈਂ ਜਿਉਂ-ਜਿਉਂ ਗੁਰੂ ਦੀ ਸਿੱਖਿਆ ਤੇ ਤੁਰਿਆ ਮੇਰੇ ਮਨ ਦੀ ਭਟਕਣਾ ਮੁੱਕਦੀ ਗਈ। ਜਿਉਂ-ਜਿਉਂ ਮੈਨੂੰ ਪ੍ਰਭੂ ਵਿੱਚ ਜੁੜਨ ਦਾ ਆਨੰਦ ਆਇਆ ਮੇਰਾ ਮਨ ਭਰਦਾ ਗਿਆ। ਗੁਰੂ ਦੇ ਸ਼ਬਦਾਂ ਦੀ ਬਰਕਤ ਨਾਲ ਮੇਰੇ ਮਨ ਦੇ ਫੁਰਨੇ ਤੇ ਦੁਨੀਆ ਵਾਲੀਆਂ ਆਸਾਂ ਮੁੱਕਦੀਆਂ ਗਈਆਂ। ਮੈਨੂੰ ਰੱਬੀ ਪ੍ਰਕਾਸ਼ ਲੱਭ ਪਿਆ ਤੇ ਮਾਇਆ ਮੇਰੇ ਨੇੜੇ ਨਾ ਟੁਕ ਸਕੀ। ਇਹ ਸਭ ਪ੍ਰਭੂ ਦੀ ਆਪਣੀ ਮਿਹਰ ਸੀ। ਇਸੇ ਨੂੰ ਸਿੱਧ ਗੋਸ਼ ਦੇ 35, 33, 34 ਸ਼ਬਦ ਵਿੱਚ ਉਹ ਦੁਬਾਰਾ ਕਹਿੰਦੇ ਨੇ, ਗੁਰੂ ਸਾਹਿਬ ਵੀ ਖਾਲੀ ਕਹਿ ਰਹੇ ਨੇ, ਜਵਾਬ ਸਿੱਧਾ ਨੇ ਆਪਣੀ ਤਰਫੋਂ ਕਹਿ ਰਹੇ ਨੇ, ਜਿਉਂ-ਜਿਉਂ ਮਨੁੱਖ ਪ੍ਰਭੂ ਦੀ ਯਾਦ ਵਿੱਚ ਜੁੜਦਾ ਹੈ ਇਸ ਦੀ ਹੋਮੇ ਖੁਦਗਰਜੀ ਦੂਰ ਹੁੰਦੀ ਹੈ ਤੇ ਸਾਰੀ ਸ੍ਰਿਸ਼ਟੀ ਹੀ ਇਸ ਨੂੰ ਆਪਣੀ ਜਾਪਦੀ ਹੈ। ਪਰਮਾਤਮਾ ਨਾਲ ਮਿਲਾਪ ਦਾ ਵਸੀਲਾ ਹੀ ਇਹ ਹੈ ਕਿ ਉਸ ਦੀ ਯਾਦ ਵਿੱਚ ਜੁੜੀਏ, ਕਿਉਂਕਿ ਨਾਮ ਸਿਮਰਨ ਵਿੱਚ ਜੁੜਿਆ ਕਿ ਪ੍ਰਭੂ ਦੇ ਗੁਣਾਂ ਨਾਲ ਜਾਣ ਪਛਾਣ ਤੇ ਸਾਂਝ ਬਣਦੀ ਹੈ। ਪਰ ਨਾਮ ਦੀ ਇਹ ਦਾਤ ਸਿਰਫ ਗੁਰੂ ਪਾਸੋਂ ਮਿਲਦੀ ਹੈ। ਕੋਈ ਆਪਣੇ ਆਪ ਨੂੰ ਜੋਗੀ ਅਖਵਾਏ ਚਾਹੇ ਸੰਨਿਆਸੀ, ਜੇ ਗੁਰੂ ਦੇ ਸ਼ਬਦ ਵਿੱਚ ਨਹੀਂ ਜੁੜਿਆ ਉਹ ਮਾਇਆ ਜਾਲ ਵਿੱਚ ਹੀ ਫਸਿਆ ਰਿਹਾ। ਹੋਮੇ ਅਤੇ ਹਰਿਨਾਮ ਇਕੱਠੇ ਨਹੀਂ ਰਹਿ ਸਕਦੇ। ਜੋ ਮਨੁੱਖ ਸਤਿਗੁਰ ਦੀ ਸ਼ਰਨ ਪੈਂਦਾ ਹੈ ਉਹ ਗੁਰੂ ਸ਼ਬਦ ਵਿੱਚ ਮਨ ਜੋੜ ਕੇ ਅੰਦਰੋਂ ਹੋਮੇ ਖੁਦਗਰਜੀ ਦੂਰ ਕਰ ਲੈਂਦਾ ਹੈ। ਸਿਰਫ ਸਲਾਹ ਦੀ ਬਰਕਤ ਨਾਲ ਉਸ ਨੂੰ ਸਾਰੇ ਸੰਸਾਰ ਵਿੱਚ ਹੀ ਪ੍ਰਮਾਤਮਾ ਦੀ ਜੋਤ ਦਿਸਦੀ ਹੈ। ਸਿੱਧ ਗੋਸ਼ਟ ਵਿੱਚ 58, 59 ਤੇ 60 ਇਸ ਸ਼ਬਦ ਵਿੱਚ ਸਿੱਧ ਪ੍ਰਸ਼ਨ ਕਰਦੇ ਹਨ ਗੁਰੂ ਜੀ ਨੂੰ ਕਿ ਜਿਸ ਸ਼ਬਦ ਦੀ ਬਾਬਤ ਤੁਸੀਂ ਆਖਦੇ ਹੋ ਕਿ ਉਸ ਦੀ ਰਾਹੀਂ ਸੰਸਾਰ ਸਮੁੰਦਰ ਤਰੀਦਾ ਹੈ, ਉਸ ਸ਼ਬਦ ਦਾ ਨਿਵਾਸ ਕਿੱਥੇ ਹੈ? ਇਹ ਸਵਾਸ ਜੋ ਬਾਹਰ ਵੱਲ ਕੱਢਿਆ ਹਵਾ ਵਿੱਚ 10 ਉਂਗਲ ਤੇ ਫਾਸਲੇ ਤੱਕ ਬਾਹਰ ਜਾਂਦਾ ਹੈ, ਇਹ ਇਸ 10 ਉਂਗਲ ਪ੍ਰਮਾਣ ਸਵਾਸ ਕਿਸ ਦੇ ਆਸਰੇ ਹਨ? ਕਿਉਂਕਿ ਸਿੱਧਾਂ ਦਾ ਇਹ ਸੀ ਕਿ ਜਿਹੜਾ ਵੀ ਸਵਾਸ ਬਾਰ-ਬਾਰ ਕੱਢਦੇ ਨੇ ਤਾਂ ਸਵਾਸ ਨੂੰ ਕੰਟਰੋਲ ਕਰਕੇ 10 ਉਂਗਲ ਤੱਕ ਉਹ ਬਾਹਰ ਜਾਂਦਾ ਹੈ। ਗੁਰੂ ਸਾਹਿਬ ਨੇ ਉੱਤਰ ਦਿੱਤਾ ਹੈ, ਪ੍ਰਭੂ ਅਤੇ ਪ੍ਰਭੂ ਦੀ ਸਿਫਤ ਸਲਾਹ ਦਾ ਸ਼ਬਦ ਇੱਕ ਰੂਪ ਹੀ ਹਨ। ਸਾਧ ਸੰਗਤ ਜੀ ਇਹ ਬੜੇ ਕੀਮਤੀ ਵਰਡ ਹਨ। ਪ੍ਰਭੂ ਅਤੇ ਪ੍ਰਭੂ ਦੀ ਸਿਫਤ ਸਲਾਹ ਦਾ ਸ਼ਬਦ ਇੱਕ ਰੂਪ ਹੀ ਹਨ। ਮੈਂ ਜਿੱਧਰ ਦੇਖਦਾ ਹਾਂ ਸ਼ਬਦ ਹੀ ਸ਼ਬਦ ਹੈ। ਜੇ ਜਿਸ ਮਨੁੱਖ ਉੱਤੇ ਪ੍ਰਭੂ ਮੇਰ ਦੀ ਨਜ਼ਰ ਕਰਦਾ ਹੈ ਉਸਦੇ ਹਿਰਦੇ ਵਿੱਚ ਇਹ ਸ਼ਬਦ ਵਸਦਾ ਹੈ। ਜੋ ਮਨੁੱਖ ਇਸ ਸ਼ਬਦ ਨੂੰ ਪਛਾਣ ਲੈਂਦਾ ਹੈ ਉਸ ਉੱਤੇ ਮਾਇਆ ਦਾ ਪ੍ਰਭਾਵ ਨਹੀਂ ਪੈ ਸਕਦਾ। ਉਸ ਦੇ ਅੰਦਰੋਂ ਮੇਰ ਤੋਰ ਮਿਟ ਜਾਂਦੀ ਹੈ। ਇਹ ਸਿਫਤ ਸਲਾਹ ਦਾ ਸ਼ਬਦ ਹੀ
ਅਸੀਂ ਕਹਿੰਦੇ ਹਾਂ ਨਾ ਗੁਰੂ ਪ੍ਰਭੂ ਦਾ ਨਾਮ ਹੀ ਹੈ, ਸਿਫਤ ਸਲਾਹ ਦਾ ਸ਼ਬਦ ਹੀ, ਪ੍ਰਭੂ ਦਾ ਨਾਮ ਹੀ ਗੁਰਮੁਖ ਦੇ ਸਵਾਸਾਂ ਦਾ ਆਸਰਾ ਹੈ। ਗੁਰਮੁਖ ਸਵਾਸ ਪ੍ਰਭੂ ਨੂੰ ਚੇਤੇ ਰੱਖਦਾ ਹੈ। ਗੁਰਮੁਖ ਮਨੁੱਖ ਨੂੰ ਆਪਣੇ ਸਰੂਪ ਦੀ ਸਮਝ ਬਖਸ਼ਦਾ ਹੈ। ਗੁਰਮੁਖ ਨੂੰ ਇਹ ਗਿਆਨ ਹੋ ਜਾਂਦਾ ਹੈ ਕਿ ਪ੍ਰਭੂ ਦਾ ਮਿਲਾਪ ਈੜਾ ਪਿੰਗਲਾ ਸੁਖਨਾ ਦੇ ਅਭਿਆਸ ਤੋਂ ਉਤਾਂ ਹੈ, ਔਰ ਪ੍ਰਭੂ ਵਿੱਚ ਤਾਂ ਗੁਰੂ ਦੇ ਸ਼ਬਦ ਦੀ ਰਾਹੀਂ ਹੀ ਲੀਨ ਹੋ ਸਕੀਦਾ ਹੈ। ਇਸ ਸ਼ਬਦ ਵਿੱਚ ਇਹ ਸ਼ਬਦ ਜਿਹੜਾ ਹੈ, ਇਸ ਵਿੱਚ ਸਾਨੂੰ ਔਰ ਪੁਰਾਣੇ ਜਿਹੜੇ ਵਿਚਾਰ ਸੀ ਉਹਨਾਂ ਦੇ ਭੇਦ, ਮਤਲਬ ਜੋ ਨਾਨਕ ਸਾਹਿਬ ਦਾ ਤਰੀਕਾ ਔਰ ਬਾਕੀ ਉਸ ਤੋਂ ਪਹਿਲੇ ਦਾ ਤਰੀਕਾ, ਇਹ ਇਸ ਸ਼ਬਦ ਵਿੱਚ ਬੜਾ ਕਲੀਅਰ ਹੈ। ਬਿਲਾਵਲ ਮੱਲਾ ਤੀਜਾ, ਪੂਰਾ ਥਾਟ ਬਣਾਇਆ ਪੂਰੇ, ਵੇਖੋ ਏਕ ਸਮਾਨਾ, ਇਸ ਪ੍ਰਪੰਚ में साचे नाम की वडियाई, मत को धरो गुमाना, सतगुर को जिसनो मत आवे, सो सतगुर माए समाना, ये बाणी जो जियो जाने, तिस अंतर रवे हरिनामा रहाओ, चो जुगा का हुन नबेड़ा, नर मनुखा नू एक निदाना, जत संयम तीरथ उन्ना जुगा का धर्म है। इस धर्म का नहीं, जत संयम तीरथ उन्ना जुगा का धर्म है, कल में कीर्ति हरिनामा, जुग जुग आपो अपना धर्म है, सोध वेखो वेद पुराना, गुरमुख जी नी त्याया, हर हर जगते पूरे परवाना, कहत नानक सच्चे स्यों प्रीत लाए, चूके मन अभिमाना, कहत सुनत सबे सुख पावे, मानत पाए निदाना, मनेगा ते उन्होंने निदान मिलेगा। अगे इसी शब्द दे मैं अर्थ लेने, ये भाई पहली पंक्ति दी, ये राव दी पंक्ति दे, ये भाई जिस मनुख नूं गुरु की सिक्ख्या उत्ते यकीन आ जाता है, वो मनुख गुरु के उपदेश विच लीन रहिंदा है। जिहड़ा मनुख गुरु की इस बाणी नाल दिलों सांझ पा लैंदा है, उस दे अंदर परमात्मा का नाम सदा टिकिया रहिंदा है। भाई वेखो, पूरन प्रभु ने गुरु की शरण पै के हर नाम जपन की ये ऐसी उत्तम युक्ति बनाई है जो हरेक युग विच इक्को जही चली आ रही है। मता कोई मनुख जत संयम तीरथ आदि कर्म का मान कर गए। इस जगत विच सदा थिर प्रभु का नाम जपन तो ही इज्जत मिलती है। दूसरी पदेदा, चोह जुगा का हुन नवेड़ा, नर मनुखा नू एक निदाना, जत संयम तीरथ उन्ना जुगा का धर्म है, कल मैं कीर्ति हरनामा। ये भाई गुरु की शरण पे आही चौवां जुगा का निर्णय समझ विच आउंदा है कि जुग चारे कोई होवे, गुरु की शरण पैन वाले मनुखा नू परमात्मा का नाम खजाना प्राप्त हो जाता है। वेद आदि हिंदू धर्म पुस्तक दसदे हन कि जत संयम अते तीरथ इशनान उन्ना जुगां का धर्म सी, पर कल युग विच गुरु नानक साहब ने सानू दसिया है कि परमात्मा की सिफत सलाह, परमात्मा का नाम सिमरन ही असल धर्म है। तीसरे पदे का अर्थ है, जुग जुग आपो अपना धर्म है, सोध देखो वेद पुराना, गुरमुख जी नी त्याया, हर हर जगते पूरे परवाना। ये भाई वेद पुराण आदि धर्म पुस्तकों नू गोह नाल पढ़ के वेखो, वेख लवो, वो यही आखदे हन कि हरेक युग विच जत संयम तीरथ आदि अपना अपना धर्म परवान है। पर गुरु की सिक्ख्या ये है कि जिन्ना मनुखा ने गुरु की शरण पै के प्रभु का नाम सिमरिया है, जगत विच वही मनुख पूरन हन ते कबूल हन। चौथा पद है, कहत नानक सच्चे स्यों प्रीत लाए, चूके मन अभिमाना, कहत सुनत सबे सुख पावे, मानत पाए निधाना। ये पाए नानक आखते ने कि जेड़ा मनुख सदा कायम रहने वाले परमात्मा नाल प्यार जोड़ता है, उसके मन विचों किसी भी तरह के कर्म कांड का अंकार मुक जाता है। परमात्मा का नाम सिमरन वाले, सुनन वाले सारे ही आत्मक आनंद प्राप्त करते हैं। जेड़े मनुख गुरु की सिक्ख्या उत्ते शरधा लियाउंदे हन, वो प्रभु का नाम खजाना लभ लैंदे हन। बिलावल महला पंजवां विच भी 815 818 अंग ते शब्द है, सिमर सिमर प्रभ अपना, नाठा दुख ठाओ, विश्राम पाए मिल साथ संग, ताते बोड़ न दाओ। बलिहारी गुरु आपने
ਚਰਨੋਂ ਨੂੰ ਬਲ ਜਾਓ। ਅਨੰਦ ਸੁਖ ਮੰਗਲ ਬਨੇ को बेखत गुण गाओ रहो। कथा कीर्तन राग नाद धुन ये बन्यो सुहाओ। नानक प्रभ सुप्रसन्न बे बांछत फल पाओ। ਇਸ ਦੇ ਅਰਥ ਹਨ, ਇਹ ਭਾਈ ਮੈਂ ਆਪਣੇ ਗੁਰੂ ਤੋਂ ਕੁਰਬਾਨ ਜਾਂਦਾ ਹਾਂ। ਮੈਂ ਆਪਣੇ ਗੁਰੂ ਦੇ ਚਰਨਾਂ ਤੋਂ ਸਦਕੇ ਜਾਂਦਾ ਹਾਂ। ਗੁਰੂ ਦਾ ਦਰਸ਼ਨ ਕਰਕੇ ਮੈਂ ਪ੍ਰਭੂ ਦੀ ਸਿਫਤ ਸਲਾਹ ਦੇ ਗੀਤ ਗਾਉਂਦਾ ਹਾਂ ਤੇ ਮੇਰੇ ਅੰਦਰ ਸਾਰੇ ਆਨੰਦ, ਸਾਰੇ ਸੁਖ, ਸਾਰੇ ਚਾਅ ਹੁਲਾਰੇ ਬਣੇ ਰਹਿੰਦੇ ਹਨ। ਰਾਹ ਇਹ ਭਾਈ ਗੁਰੂ ਦੀ ਸੰਗਤ ਵਿੱਚ ਮਿਲ ਕੇ ਮੈਂ ਪ੍ਰਭੂ ਦੇ ਚਰਨਾਂ ਵਿੱਚ ਨਿਵਾਸ ਪ੍ਰਾਪਤ ਕਰ ਲਿਆ ਹੈ। ਇਸ ਵਾਸਤੇ ਉਸ ਸਾਧ ਸੰਗਤ ਤੇ ਕਦੇ ਪਰੇ ਨਹੀਂ ਭਜਦਾ। ਗੁਰੂ ਦੀ ਸੰਗਤ ਦੀ ਬਰਕਤ ਨਾਲ ਮੈਂ ਆਪਣਾ ਪ੍ਰਭੂ ਦਾ ਹਰ ਵੇਲੇ ਸਿਮਰਨ ਕਰਕੇ ਅਜਿਹੀ ਅਵਸਥਾ ਤੇ ਪਹੁੰਚ ਗਿਆ ਹਾਂ ਕਿ ਮੇਰੇ ਅੰਦਰੋਂ ਦੁੱਖਾਂ ਦਾ ਟਿਕਾਣਾ ਹੀ ਦੂਰ ਹੋ ਗਿਆ ਹੈ। ਇਹ ਨਾਨਕ, हे ਭਾਈ, ਗੁਰੂ ਦੀ ਕਿਰਪਾ ਨਾਲ ਪ੍ਰਭੂ ਦੀਆਂ ਕਥਾ ਕਹਾਣੀਆਂ, ਕੀਰਤਨ, ਸਿਫਤ ਸਲਾਹ ਦੀ ਲਗਨ ਇਹੀ ਮੇਰੀ ਜ਼ਿੰਦਗੀ ਦਾ ਨਿਸ਼ਾਨਾ ਬਣ ਗਿਆ। ਗੁਰੂ ਦੀ ਮਿਹਰ ਨਾਲ ਪ੍ਰਭੂ ਦੀ ਮੇਰੇ ਉੱਤੇ ਬਹੁਤ ਖੁਸ਼ ਹੋ ਗਏ ਹਨ। ਮੈਂ ਹੁਣ ਮਨ ਮੰਗੀਆਂ ਫਲ ਪ੍ਰਾਪਤ ਕਰ ਰਿਹਾ ਹਾਂ। ਸੁਖਮਨੀ ਸਾਹਿਬ ਵਿੱਚ ਵੀ ਇਹ ਸ਼ਬਦ ਜਿਹੜਾ ਹੈ, ਕਿਉਂਕਿ ਉਹ ਪਹਿਲਾ ਹੀ ਸ਼ਬਦ ਸੁਖਮਨੀ ਸਾਹਿਬ ਵਿੱਚ ਸਿਮਰਨ ਤੇ ਹੈ, ਔਰ ਅਸ਼ਟਪਦੀ ਜਿਹੜੀ ਹੈ ਪੂਰੀ, ਔਰ ਉਸ ਦਾ ਸ਼ਬਦ ਹੈ, ਸਿਮਰੋ ਸਿਮਰ ਸਿਮਰ ਸੁਖ ਪਾਵੋ, ਕਲ ਕਲੇਸ਼ ਤਨ ਮਾਇ ਮਿਟਾਵੋ। ਸਿਮਰੋ ਜਾਸ ਬਿਸੰਬਰ ਏਕ ਹੈ, ਨਾਮ ਜਪਤ ਅਗਨਤ ਅਨੇਕ ਹੈ। वेद प्राण सिमरत सुधाकर, कीने राम नाम एक आखर। तिनका एक चीज बसावे, ताकि महिमा गनी न आवे। कांखी एक है दर्श द्वारो, नानक उनसा मोह उधार। जो एक है, सृष्टि का करता, पालनहार है, मैं उसनों सिमरदा हाँ। बार बार सिमर सिमर के मेरा मन मेरा मन सुखी हो रहा है ਅਤੇ ਤਨ ਵਿੱਚ ਵੀ ਜੋ ਕਲ ਕਲੇਸ਼ ਹਨ ਸੋ ਦੂਰ ਹੋ ਰਹੇ ਹਨ। ਇਸ ਵੇਲੇ ਹੋਰ ਅਨੇਕਾਂ ਹਨ ਜੋ ਆਪ ਦਾ ਨਾਮ ਜਪ ਰਹੇ ਹਨ, ਜਿਨ੍ਹਾਂ ਦੀ ਗਿਣਤੀ ਨਹੀਂ ਹੋ ਸਕਦੀ। ਮੇਰੇ ਤੋਂ ਪਹਿਲੇ ਵੀ ਅਣਗਿਣਤ ਹੋਏ ਹਨ, ਪਰ ਉਹ ਸਾਰੇ ਲੇਖਕ ਜਿਨ੍ਹਾਂ ਨੇ ਵੇਦ ਪੁਰਾਣ ਅਤੇ ਹੋਰ ਪਵਿੱਤਰ ਗ੍ਰੰਥਾਂ ਦੀ ਰਚਨਾ ਕੀਤੀ, ਉਹਨਾਂ ਸਭਨਾਂ ਨੇ ਓਮ ਅਤੇ ਰਾਮ, ਇੱਕ ਆਖਰ ਜਿਹੜਾ ਉੱਪਰ ਆਇਆ ਹੈ ਉਹ ਓਮ ਦਾ ਲਿਖਾਇਆ ਗਿਆ। ਆਦਿਕ ਪਰਮੇਸ਼ਵਰ ਦੇ ਨਾਮ ਹੀ ਸਿਮਰਨ ਕੀਤੇ ਹਨ। ਜਿਸ ਦੇ ਮਨ ਵਿੱਚ ਨਾਮ ਦਾ ਇੱਕ ਕਿਣਕਾ ਥੋੜਾ ਜਿਹਾ ਵੀ ਵੱਧ ਜਾਏ, ਉਸ ਦੀ ਮਹਿਮਾ ਕਹੀ ਨਹੀਂ ਜਾ ਸਕਦੀ। ਇਹ ਵਾਹਿਗੁਰੂ ਐਸੇ ਸਿਮਰਨ ਕਰਨ ਵਾਲੇ ਬੰਦੇ ਜੋ ਇੱਕ ਹੈ, ਇੱਕੋ ਇੱਕ ਦੇ ਦਰਸ਼ਨ ਦੇ ਪ੍ਰੇਮੀ ਹਨ, ਉਹਨਾਂ ਸੰਗ ਮੇਰਾ ਵੀ ਉਧਾਰ ਕਰੋ, ਕਹਿੰਦੇ ਹਨ ਗੁਰੂ ਨਾਨਕ ਸਾਹਿਬ। ਹੁਣ ਮੈਂ ਮੂਲ ਸ਼ਬਦ ਦੀ ਵਿਆਖਿਆ ਤੇ ਆਉਂਦਾ ਹਾਂ। ਸ਼ਬਦ ਅਸੀਂ ਪਹਿਲੇ ਪੜ੍ਹ ਚੁੱਕੇ ਹਾਂ। ਰਾਹੂ ਦੀ ਪੰਕਤੀ ਹੈ, ਸਾਧੋ ਰਾਮ ਸਰਨ ਬਿਸਰਾਮਾ, ਵੇਦ ਪੁਰਾਨ ਪੜ੍ਹੇ ਕੋ, ਇਹ ਗੁਣ ਸਿਮਰੇ ਹਰ ਕੋ ਨਾਮ। ਇਹ ਸੰਤ ਜਨੋ, ਸਾਧ ਸੰਗਤ ਜੀ, ਸਾਨੂੰ ਸਾਰਿਆਂ ਨੂੰ ਰਾਹੂ ਦੀਆਂ ਪੰਕਤੀਆਂ ਅੰਦਰ ਗੁਰੂ ਜੀ ਸਿੱਖਿਆ ਦਿੰਦੇ ਹਨ ਕਿ ਪਰਮਾਤਮਾ ਦੀ ਸ਼ਰਨ ਲੈਣ ਨਾਲ ਹੀ, ਅਰਥਾਤ ਉਸੀ ਦੇ ਹੁਕਮ ਰਜ਼ਾ ਅੰਦਰ ਜੀਵਨ ਜੀਣਾ ਅਤੇ ਨਾਮ ਸਿਮਰਨ ਕਰਨਾ, ਉਸ ਤੋਂ ਮਨ ਦੀ ਸ਼ਾਂਤੀ ਪ੍ਰਾਪਤ ਹੁੰਦੀ ਹੈ। ਸਿਮਰਨ ਜਾਂ ਪਰਮਾਤਮਾ ਦੀ ਯਾਦ ਵਿਕਾਰਾਂ ਤੋਂ ਮੁਕਤੀ ਅਤੇ ਸਾਡੇ ਵਿਵਹਾਰ, ਆਚਾਰ ਅਤੇ ਮਨ ਦੀ ਸ਼ੁੱਧਤਾ ਦਾ ਸਾਧਨ ਹੈ। ਸਾਡੀ ਹਉਮੈ ਦੀ ਮੌਤ ਅਤੇ ਅੰਤਮ ਸਾਜ ਦੀ ਪ੍ਰਾਪਤੀ ਨੂੰ ਦਰਸਾਉਂਦਾ ਹੈ। ਇਸ ਲਈ ਸਾਨੂੰ ਪਰਮਾਤਮਾ ਦੀ ਯਾਦ ਕਰਨਾ ਚਾਹੀਦਾ ਹੈ, ਉਸ ਦਾ ਧਿਆਨ ਕਰੋ, ਆਪਣੀ ਹਉਮੈ ਛੱਡ ਪਰਮਾਤਮਾ ਨੂੰ ਹਾਜ਼ਰ ਨਾਜ਼ਰ ਜਾਣ, ਸ਼ਰਧਾ ਨਾਲ ਸਾਧ ਸੰਗਤ ਅੰਦਰ ਬੈਠ ਕੇ ਉਸ ਦੀਆਂ ਕਥਾ ਵਿਚਾਰਾਂ, ਉਸ ਦੇ ਗੁਣ ਗਾਇਨ, ਉਸ ਦੀ ਕੀਰਤੀ ਵਡਿਆਈ ਕੀਰਤਨ ਕਰਨਾ, ਉਸ ਅੱਗੇ ਅਰਦਾਸ ਕਰਨਾ, ਹਰ ਰੋਜ਼ ਆਪਣਾ ਮਨ ਵਿਚਾਰ ਖੋਜਣਾ ਕਿ ਕੀ ਕੋਈ ਬਦਲਾਵ ਆਇਆ, ਕੋਈ ਠਹਿਰਾਵ ਆਇਆ। ਅਵਸਥਾ ਅਨੁਸਾਰ ਆਪਣੇ ਧਿਆਨ ਨੂੰ ਹੋਰ ਤਿੱਖਾ, ਹੋਰ ਸ਼ਾਰਪ ਕਰਨ ਦਾ ਯਤਨ ਕਰਨਾ ਹੀ ਨਾਮ ਸਿਮਰਨ ਹੈ। ਧਰਮ ਗ੍ਰੰਥਾਂ ਦੇ ਪੜ੍ਹਨ ਦਾ ਲਾਭ ਇਹੋ ਹੀ ਹੈ ਕਿ ਮਨੁੱਖ ਪਰਮਾਤਮਾ ਦਾ ਨਾਮ सिमरन करता रहेगा। हर सिमरन में आप निरंकार
कर कृपा जिस आप बुझाया, नानक गुरमुख हर सिमरन तिन पाया। बिलावल महला पंजवा। इस ते गुरु साहब दसते ने कि जिस ते उपजा तिसे पछान। जिस तो तू उपजिया है, जिसने तेरे अंदर जोत रखी है, उसਨੂੰ पहचान। ਅਸੀਂ ਭੁੱਲੇ ਹੋਏ ਆ, ਪਾਰ ਬ੍ਰਹਮ ਪਰਮੇਸ਼ਰ ਤੇ ਆਇਆ, ਕੁਸਲ ਖੇਮ ਹੋਏ ਕਲਿਆਣ। ਰਾਹੋ ਗੁਰਪੂਰ ਭੇਟਿਓ ਵਡ ਭਾਗੀ, ਅੰਤਰਜਾਮੀ ਸੁਗੜ ਸੁਜਾਨ। हाथ दे राखे करे अपने, भट समरथ निमाणिया को मान। ब्रह्म भय बिनस गए खिन भीतर, अंधकार प्रगटे चानन। सास सास राधे नानक, सदा सदा जाइए कुर्बान। इस दे अर्थ इंज कीते ने प्रोफेसर साहब ने। हे भाई, जिस परमात्मा तो तू पैदा होया है, उस नाल ही सदा सांझ पाई रख। जिस मनुख ने उस पार ब्रह्म परमेश्वर का नाम सिमरिया, ਉਸ ਦੇ ਅੰਦਰ ਸ਼ਾਂਤੀ ਸੁਖ ਆਨੰਦ ਬਣੇ ਰਹਿੰਦੇ ਹਨ। ਰਾਓ ਇਹ ਭਾਈ, ਜਿਨ੍ਹਾਂ ਵੱਡੇ ਭਾਗਾਂ ਵਾਲੇ ਬੰਦਿਆਂ ਨੂੰ ਪੂਰਾ ਗੁਰੂ ਮਿਲ ਪੈਂਦਾ ਹੈ, ਉਹਨਾਂ ਨੂੰ ਹੱਥ ਦੇ ਕੇ ਆਪਣਾ ਬਣਾ ਕੇ ਉਹ ਪਰਮਾਤਮਾ ਸਭ ਡਰਾਂ ਭਰਮਾਂ ਤੋਂ ਬਚਾਈ ਰੱਖਦਾ, ਜੋ ਹਰੇਕ ਦੇ ਦਿਲ ਦੀ ਜਾਣਨ ਵਾਲਾ ਹੈ, ਸੋਹਣਾ ਤੇ ਸਿਆਣਾ ਹੈ, ਜੋ ਵੱਡੀ ਤਾਕਤ ਦਾ ਮਾਲਕ ਹੈ ਅਤੇ ਜੋ ਨਿਮਾਣਿਆਂ ਨੂੰ ਆਦਰ ਮਾਨ ਦੇਣ ਵਾਲਾ ਹੈ। ਇਹ ਭਾਈ, ਜਿਹੜਾ ਮਨੁੱਖ ਪਰਮਾਤਮਾ ਦਾ ਨਾਮ ਸਿਮਰਦਾ ਹੈ, ਉਸ ਦੇ ਸਾਰੇ ਡਰ ਭਰਮ ਖਿੰਨ ਵਿੱਚ ਨਾਸ਼ ਹੋ ਜਾਂਦੇ ਨੇ। ਉਸ ਦੇ ਅੰਦਰੋਂ ਮੋਹ ਦਾ ਹਨੇਰਾ ਦੂਰ ਹੋ ਕੇ ਆਤਮਿਕ ਜੀਵਨ ਦਾ ਚਾਨਣ ਹੋ ਜਾਂਦਾ ਹੈ। ਨਾਨਕ ਤਾਂ ਹਰੇਕ ਸਾਹ ਦੇ ਨਾਲ ਉਸੇ ਪਰਮਾਤਮਾ ਨੂੰ ਸਿਮਰਦਾ ਹੈ। ਇਹ ਭਾਈ, ਉਸ ਪਰਮਾਤਮਾ ਦੇ ਸਦਕੇ ਜਾਣਾ ਚਾਹੀਦਾ ਹੈ। दूसरा जो मूल शब्द है, पहला जड़ा पदा है, लोभ माया हर कसोग जे पर से ना सो मूरत है देवा। मैनू ऊपर दी लाइन नजर नहीं आ रही। लोभ माया का मोह, पदार्थां परिवार का लगाव, विषयां का सेवन अते हर कसोग ਲੋਭ ਮਾਇਆ ਦਾ ਮੋਹ, ਪਦਾਰਥਾਂ ਪਰਿਵਾਰਾਂ ਦਾ ਲਗਾਵ, ਵਿਸ਼ਿਆਂ ਦਾ ਸੇਵਨ ਅਤੇ ਹਰਖ ਸੁਖ, ਇਹਨਾਂ ਵਿੱਚੋਂ ਕੋਈ ਵੀ ਜਿਸ ਮਨੁੱਖ ਨੂੰ ਸਪਰਸ਼ ਨਹੀਂ ਕਰ ਸਕਦੇ, ਮਨੁੱਖ ਨੂੰ ਆਪਣਾ ਦਬਾਅ ਨਹੀਂ ਪਾ ਸਕਦੇ, ਕਿਉਂਕਿ ਹੁਣ ਤੁਸੀਂ ਪਰਮਾਤਮਾ ਦੀ ਸ਼ਰਨ ਅੰਦਰ ਗੁਰੂ ਦੀ ਗੱਲ ਮੰਨਦੇ ਹੋ। ਉਹ ਮਨੁੱਖ ਪਰਮਾਤਮਾ ਦਾ ਸਰੂਪ ਹੈ। ਇਸ ਨੂੰ ਜੀਵਨ ਨਿਕਲਦਾ ਜਾ ਰਿਹਾ ਹੈ ਔਰ ਅਜੇ ਵੀ ਅਸੀਂ ਉਹ प्रभु का नाम भजन नहीं करते। तन धन जोबन चलत गया, राम नाम का भजन न कीने, करत विकार निस भोर ब्या रहा। अनेक प्रकार भोजन नित खाए, मुख दंता कास खीन गया क्या। मेरी मेरी कर कर मूठो, पाप करत न परी पिया। महाविकार घोर दुख सागर, तिसमें प्राणी गलत गया प्या। शरण परे नानक स्वामी की बाँ पकड़ प्रभ ਆੜ ਲਿਆ। ਇਸ ਦੇ ਅਰਥ ਇਹ ਭਾਈ, ਮਨੁੱਖ ਇਹ ਸਰੀਰ ਤਨ ਜਵਾਨੀ ਹਰੇਕ ਹੀ ਸਹਿਜੇ ਸਹਿਜੇ ਮਨੁੱਖ ਦਾ ਸਾਥ ਛੱਡਦੇ ਜਾਂਦੇ ਹਨ, ਪਰ ਇਹਨਾਂ ਦੇ ਮੋਹ ਵਿੱਚ ਫਸਿਆ ਹੋਇਆ ਮਨੁੱਖ ਪਰਮਾਤਮਾ ਦੇ ਨਾਮ ਦਾ ਭਜਨ ਨਹੀਂ ਕਰਦਾ। ਮਾੜੇ ਕੰਮ ਕਰਦਿਆਂ ਕਰਦਿਆਂ ਕਾਲੇ ਕੇਸਾਂ ਵਾਲੀ ਉਮਰ ਤੋਂ ਉਹ ਪੋਲੀਆਂ ਵਾਲੀ ਉਮਰ ਆ ਜਾਂਦੀ ਹੈ। ਇਹ ਭਾਈ, ਮਤਲਬ ਜੀਵਨ ਬੀਤਦਾ ਜਾ ਰਿਹਾ ਹੈ ਪਰ ਉਹ ਅਜੇ ਵੀ ਪਰਮਾਤਮਾ ਦਾ ਭਜਨ ਨਹੀਂ ਕਰਦਾ। ਇਹ ਭਾਈ, ਕਈ ਕਿਸਮਾਂ ਦੇ ਖਾਣੇ ਨਿਤ ਖਾਂਦਿਆਂ ਮੂੰਹ ਤੇ ਦੰਦ ਵੀ ਘਿਸ ਗਏ ਹਨ ਤੇ ਕਮਜ਼ੋਰ ਹੋ ਜਾਂਦੇ ਹਨ ਤੇ ਅੱਖਾਂ ਵਿੱਚ ਡਿੱਗ ਪੈਂਦੇ ਹਨ। ਮਮਤਾ ਦੇ ਪੰਜੇ ਵਿੱਚ ਫਸ ਕੇ ਮਨੁੱਖ ਆਤਮਿਕ ਜੀਵਨ ਦੀ ਰਾਸ ਪੂੰਜੀ ਲੁਟਾ ਦਿੰਦਾ ਹੈ। ਮਾੜੇ ਕੰਮ ਕਰਦਿਆਂ ਇਸ ਦੇ ਅੰਦਰ ਦਇਆ ਤਰਸ ਦਾ ਨਿਵਾਸ ਨਹੀਂ ਹੁੰਦਾ। ਇਹ ਭਾਈ, ਇਹ ਸੰਸਾਰ ਵੱਡੇ ਵਿਕਾਰਾਂ ਅਤੇ ਭਾਰੇ ਦੁੱਖਾਂ ਦਾ ਸਮੁੰਦਰ ਹੈ। ਭਜਨ ਤੇ ਪੁੰਜਿਆ ਹੋਇਆ ਮਨੁੱਖ ਇਸ ਸਮੁੰਦਰ ਵਿੱਚ ਡੁੱਬਿਆ ਰਹਿੰਦਾ ਹੈ। ਇਹ ਨਾਨਕ, ਜਿਹੜੇ ਮਨੁੱਖ ਮਾਲਕ ਪ੍ਰਭੂ ਦੀ ਸ਼ਰਨ ਆਪੇ, ਉਹਨਾਂ ਨੂੰ ਪ੍ਰਭੂ ਨੇ ਬਾਂਹ ਫੜ ਕੇ ਇਸ ਸਮੁੰਦਰ ਵਿੱਚੋਂ ਕੱਢ ਲਿਆ। ਇਹ ਉਸਦਾ ਮੁੱਢ ਕਦੀਮਾ ਦਾ ਸੁਭਾਅ ਹੈ। दूसरे पदे का
अर्थ है, जिस ਮਨੁੱਖ ਨੂੰ ਸਵਰਗ ਅਤੇ ਨਰਕ, ਅੰਮ੍ਰਿਤ ਅਤੇ ਭਿਖ ਇੱਕ ਸਮਾਨ ਲੱਗਦੇ ਹਨ, ਜਿਸ ਨੂੰ ਸੋਨਾ ਅਤੇ ਤਾਂਬਾ ਇੱਕ ਸਮਾਨ ਲੱਗਦਾ ਹੈ, ਅਤੇ ਜਿਸ ਦੇ ਹਿਰਦੇ ਅੰਦਰ ਉਸਤਤ ਅਤੇ ਨਿੰਦਾ ਇੱਕੋ ਜਿਹੇ ਹਨ, ਉਸ ਨੂੰ ਭਾਵੇਂ ਕੋਈ ਉਸਤਤ ਕਰੇ ਭਾਵੇਂ ਨਿੰਦਾ ਕਰੇ, ਉਹਨੂੰ ਕੋਈ ਫਰਕ ਨਹੀਂ ਪੈਂਦਾ, ਇੱਕੋ ਜਿਹੇ ਹਨ। ਉਸ ਦੇ ਹਿਰਦੇ ਅੰਦਰ ਲੋਭ ਅਤੇ ਮੋਹ ਕੋਈ ਪ੍ਰਭਾਵ ਨਹੀਂ ਪਾ ਸਕਦੇ। ਇਹ ਸੰਤ ਜਨੋ, ਤੁਸੀਂ ਉਸ ਮਨੁੱਖ ਨੂੰ ਪਰਮਾਤਮਾ ਦੇ ਨਾਲ ਜੁੜਿਆ ਹੋਇਆ ਸਮਝੋ, ਜਿਸ ਨੂੰ ਕੋਈ ਸੁੱਖ ਦੁੱਖ ਆਪਣੇ ਬੰਧਨਾਂ ਵਿੱਚ ਬੰਨ ਨਹੀਂ ਸਕਦਾ। ਉਹ ਇਹਨਾਂ ਸਭ ਤੋਂ ਸਦਾ ਨਿਰਲੇਪ ਹੈ। मूल शब्द की अंतिम पंक्ति है, दुख सुख जे बाधे जे नाय, तै तुम जानो ज्ञानी, नानक मुक्त ताए तुम जानो, ये बिद को जो प्राणी। गुरु तो जो मत मिलती है ना, उस नाल मन अडोल हो जाता है, चाहे सुख मिले ते चाहे दुख मिले। ਹੁਣ ਕੋਈ ਫਰਕ ਨਹੀਂ ਪੈਂਦਾ, ਕਿਉਂਕਿ ਅਸੀਂ ਗੁਰੂ ਦੇ ਮਤ ਔਰ ਪ੍ਰਭੂ ਦੀ ਸ਼ਰਨ ਵਿੱਚ ਹਾਂ। ਹੁਣ ਜੋ ਕਰਦਾ ਹੈ ਤੇ ਪ੍ਰਭੂ ਹੀ ਕਰਦਾ ਹੈ, ਔਰ ਜੋ ਹੁੰਦਾ ਹੈ ਉਹ ਗੁਰੂ ਦੀ ਮਰਜ਼ੀ ਨਾਲ ਹੁੰਦਾ ਹੈ। ਜੋ ਮਨੁੱਖ ਦੁੱਖ ਸੁੱਖ ਦੇ ਬੰਧਨ ਵਿੱਚ ਨਹੀਂ, ਜੋ ਪਰਮਾਤਮਾ ਦੇ ਹੁਕਮ ਨੂੰ ਸਹਿਜ ਨਾਲ ਉਸੇ ਦਾ ਭਾਣਾ ਮੰਨਦਾ ਹੈ, ਉਹ ਹੀ ਗਿਆਨੀ ਸਮਝੋ। ਇਹ ਨਾਨਕ, ਮੁਕਤੀ ਉਸ ਮਨੁੱਖ ਨੂੰ ਮਿਲੀ ਸਮਝੋ, ਜੋ ਮਨੁੱਖ ਇਸ ਪ੍ਰਕਾਰ ਦੀ ਜੀਵਨ ਯੁਕਤੀ ਨਾਲ ਜੀਵਨ ਜੀਣ ਵਾਲਾ ਹੈ। हाँ, बिलावल महला पंजवा। गोबिंद गोबिंद गोबत में, जब ते भे साध दियारा, तब ते दुरमत दूर भे। जब तक परमात्मा की शरण और गुरु के साथ जड़ा है ना, दियारा नहीं होना परमात्मा राव, पूर्ण पूर्यो संपूर्ण, शीतल शांत दयाल भे। मन विच ਜਿਹੜੀ शीतलता है, ਜਿਹੜਾ ਪੂਰਾ ਪਹਿਲੇ ਸ਼ੁਰੂ ਵਿੱਚ ਸਾਨੂੰ ਨਵੇਂ ਮਨ ਸ਼ਬਦ ਹੀ ਸ਼ੁਰੂ ਹੁੰਦਾ ਹੈ ਕਿ ਮਨ ਅਡੋਲ ਹੋ ਗਿਆ। ਦਿਆਲ ਦਈ, ਕਾਮ ਕ੍ਰੋਧ ਤ੍ਰਿਸ਼ਨਾ ਅਹੰਕਾਰ, ਤਨ ਤੇ ਹੋਏ ਸਗਲ ਖਾਈ, ਇਹ ਸਭ ਦੂਰ ਹੋ ਗਏ। ਸਤ ਸੰਤੋਖ ਦਇਆ ਧਰਮ ਸੁਚ ਸੰਤਨ ਤੇ ਇਹ ਮਤ ਲਈ, ਉਹ ਨਾਨਕ ਜਿਨ ਮਨੋ ਪਛਾਣਿਆ, ਤਿਨ ਕੋ ਸਗਲੀ ਸੋਚ ਪਈ ਰਾਹੋ। ਦੀ ਪੰਕਤੀ ਦਾ ਅਰਥ ਹੈ, ਇਹ ਭਾਈ ਜਦੋਂ ਕਿਸੇ ਮਨੁੱਖ ਨੂੰ ਗੁਰੂ ਮਿਲ ਪੈਂਦਾ ਹੈ, ਤਦੋਂ ਉਸ ਨੂੰ ਨਿਸ਼ਚਾ ਬਣ ਜਾਂਦਾ ਹੈ ਕਿ ਦਇਆ ਅਤੇ ਸ਼ਾਂਤੀ ਦਾ ਪੁੰਜ, ਸਾਰੇ ਗੁਣਾਂ ਨਾਲ ਭਰਪੂਰ ਪਿਆਰਾ ਪ੍ਰਭੂ ਹਰ ਥਾਂ ਵਿਆਪਕ ਹੈ। ਸਿਮਰਨ ਦੀ ਬਰਕਤ ਨਾਲ ਉਸ ਦੇ ਸਰੀਰ ਵਿੱਚੋਂ ਕਾਮ ਕ੍ਰੋਧ ਤ੍ਰਿਸ਼ਨਾ ਅਹੰਕਾਰ ਆਦਿਕ ਸਾਰੇ ਵਿਕਾਰ ਨਾਸ਼ ਹੋ ਜਾਂਦੇ ਹਨ। ਇਹ ਭਾਈ ਜਦੋਂ ਕਿਸੇ ਮਨੁੱਖ ਨੂੰ ਗੁਰੂ ਮਿਲ ਪੈਂਦਾ ਹੈ, ਉਹ ਸੇਵਾ ਸੰਤੋਖ ਦਇਆ ਧਰਮ ਪਵਿੱਤਰ ਜੀਵਨ ਆਪਣੇ ਅੰਦਰ ਪੈਦਾ ਕਰਨ ਦਾ ਇਹ ਉਪਦੇਸ਼ ਸੰਤ ਜਨਾਂ ਪਾਸੋਂ ਗ੍ਰਹਿਣ ਕਰਦਾ ਹੈ। ਇਹ ਨਾਨਕ ਆਖ, ਜਿਸ ਮਨੁੱਖ ਨੇ ਆਪਣੇ ਮਨ ਦੀ ਰਾਹੀਂ ਗੁਰੂ ਨਾਲ ਸਾਂਝ ਪਾ ਲਈ, ਉਹਨਾਂ ਨੂੰ ਉੱਚੇ ਆਤਮਿਕ ਜੀਵਨ ਦੀ ਸਾਰੀ ਸਮਝ ਆ। ਜਿਸ ਨੇ ਗੁਰੂ ਦੀ ਗੱਲ ਮੰਨ ਲਈ, ਮੰਨੇ ਕੀ ਗੱਲ ਕਹੀ ਨਾ ਜਾਏ, ਜੇ ਕੋ ਕਹਿ ਪਿੱਛੇ ਪਛਤਾਏ। ਸਮਿੰਗ ਆਪ ਦੇ ਕੁਝ ਸ਼ਬਦ ਲਏ ਨੇ ਰਾਵ, ਤੂੰ ਕਾਏ ਡੋਲੇ ਪ੍ਰਾਣੀਆਂ, ਤੁਧ ਰਾਖੇਗਾ ਸਿਰਜਣਹਾਰ। ਜਿਸ ਨੇ ਤੈਨੂੰ ਜਿਨ ਪੈਦਾਇਸ਼ ਤੂੰ ਕੀਆ, ਸੋਈ ਦੇ ਆਧਾਰ, ਜਿਨ ਪਾਈ ਮੇਦਨੀ ਸੋਈ ਕਰਨ ਦਾ ਆਧਾਰ। ਘਟ ਘਟ ਮਾਲਕ ਦਿਲਾਂ ਕਾ ਸੱਚਾ ਪਰਵਰਗਾਰ। ਕਿਉਂਕਿ ਪਰਮਾਤਮਾ ਆਪ ਹੀ ਸਾਰਿਆਂ ਨੂੰ ਰੱਖਿਆ ਕਰਦਾ ਹੈ, ਉਹ ਹੀ ਸਾਰਿਆਂ ਨੂੰ ਰੱਖਦਾ ਹੈ, ਜਿਹਨੇ ਸਾਨੂੰ ਪੈਦਾ ਕੀਤਾ ਹੈ। ਇਸ ਲਈ ਉਸ ਤੇ ਨਿਸ਼ਚੈ ਰੱਖੋ, ਉਹਦੀ ਸ਼ਰਨ ਵਿੱਚ ਰਹੋ। ਸਦਾ ਹਜੂਰ ਦੂਰ ਨਾ ਜਾਣੋ, ਉਹਨੂੰ ਦੂਰ ਨਾ ਜਾਣੋ। ਗੁਰ ਸ਼ਬਦੀ ਹਰ ਅੰਤਰ ਪਛਾਣੋ, ਗੁਰੂ ਦੇ ਸ਼ਬਦ ਨਾਲ ਉਹਨੂੰ ਅੰਦਰ ਆਪਣੇ ਪਛਾਣ। ਨਾਨਕ ਨਾਮ ਮਿਲੇ ਵਡਿਆਈ, ਗੁਰੂ ਦੇ ਗੁਣ ਗਾਉਂਦੇ ਰਹੇ ਤਾਂ ਹੀ ਵਡਿਆਈ ਭਰੇ, ਪੂਰੇ ਗੁਰ ਤੇ ਪਾਉਣੀ। ਇਹ ਅਸੀਂ ਆਪਣੇ ਗੁਰਬਾਣੀ ਤੋਂ, ਪੂਰੇ ਗੁਰੂ, ਉਸ ਤੋਂ ਬਾਅਦ ਉਸ ਇੱਕ ਦੀ ਸ਼ਮਿੰਗਾ ਪੈ, ਉਸ ਇੱਕ ਦੀ ਸ਼ਰਨ ਆ ਕੇ, ਜਿਸ ਨੇ ਇਸ ਸ੍ਰਿਸ਼ਟੀ ਦੀ ਰਚਨਾ ਕਰ ਸਾਡੇ ਅੰਦਰ ਆਪਣੀ ਜੋਤ ਰੱਖ ਕੇ ਸਾਰਿਆਂ ਨੂੰ ਚੇਤਨ ਕੀਤਾ, ਆਪਣੇ ਹੁਕਮ ਅਨੁਸਾਰ ਸਾਰਿਆਂ ਨੂੰ ਚਲਾ ਰਿਹਾ, ਦਾਤਾਂ ਦੇ ਰਿਹਾ, ਆਪਣੀ ਹੋਮੇ ਛੱਡ ਗੁਰੂ ਦੀ ਮੱਤ ਅਨੁਸਾਰ ਜੀਵਨ ਜੀਣਾ। ਉਸ ਨਾਲ ਮਨ ਦੇ ਅਵਗੁਣਾਂ ਦਾ ਨਾਸ਼ ਹੋਏਗਾ, ਮਨ ਸਹਿਜ ਅਵਸਥਾ ਦਾ ਆਨੰਦ ਮਾਣੇਗਾ। ਪਰ ਯਤਨ ਕਰਦੇ ਰਹੋ, ਜਦੋਂ ਗੁਰੂ ਦੀ ਕਿਰਪਾ ਹੋਏਗੀ, ਪਰਮਾਤਮਾ ਦੀ ਮਿਹਰ ਨਾਲ ਸਾਡੇ ਅੰਦਰ ਦੀ ਜੋਤ ਪਰਮ ਜੋਤ ਨਾਲ ਰਲ ਜਾਏਗੀ, ਜੀਵਨ ਸਫਲ ਹੋਏਗਾ। ਮੈਂ ਇਸ ਸ਼ਬਦ ਨਾਲ
अपना विचार संतोखांगा। पार ब्रह्म पूरन परमेश मन ताकी ओट गही जयरे, जिन धारे ब्रह्मंड खंड हर ताके नाम जपी जयरे। रहो मन की मत त्यागो हर जन हुक्म बूझ सुख पाइए रे, जो प्रभ करे सोई भल मानो सुख दुख कोई ध्याइए रे। कोट पतित उधारे खिन में करते बार न लागे रे, दीन दर्द दुख भंजन स्वामी जिस भावे तिसे निवाजे रे। सबको मात पिता प्रतिपालक जी प्राण सुख सागर रे, देन दे तोट नाई तिस करते पूरे हो रत्नागर रे। जाचक जाचे नाम तेरा स्वामी कट कर अंतर सोई रे, नानक दास ताकी सरनाई जाते बिरथा न कोई रे। वाहिगुरु जी का खालसा वाहिगुरु जी की फतेह। वाहिगुरु जी का खालसा वाहिगुरु जी की फतेह।